सतनाम वाहिगुरु साहिब जियो। सूही महला पहला, मन हो न नाम विसार, अहनिस धियाईयै। ज्यों राखें कृपा तहार, तिवें सुख पाईयै। मन हो न नाम विसार, अहनिस धियाईयै। ज्यों राखें कृपा तहार, तिवें सुख पाईयै। मैं अंधुले हरि नाम, लकूटी टोहनी। करहूँ साहिब की टेक, न मोह है मोहनी। रहा जह देखूं तह नाल, गुर दे खालिया। अंतर बाहर पहाल, शब्द निहालिया। सेवी सतगुर पाए, नाम निरंजना। तुध पावै तिवें रजाए, भरम पौ पंजना। जन्मत ही दुख लागै, मरना आए कै। जन्म मरण परवान, हर गुण गाए कै। हाँ नाहीं तू होव है, तुध ही साजिया। आपे थाप युथाप, शब्द निवाजिया। देही भस्म रुलाए, ना जापी कह गया। आपे रिहा समाए, सो विस्माद पया। तू नाही प्रभ दूर, जानै सब तू है। गुरमुख वेखा दूर, अंतर भी तू है। मैं दीजै नाम निवास, अंतर शांत होए। गुण गावै नानक दास, सतगुर मत दे। मैं दीजै नाम निवास, अंतर शांत होए। गुण गावै नानक दास, सतगुर मत दे। वाहिगुरु जी का खालसा, वाहिगुरु जी की फतेह। जुगो जुग अटल शब्द सतगुरु। धन धन गुरु ग्रंथ साहिब जी, गुरु पातशाह जी दी अपार बख्शिश। शाम समय असी सत्संगत मान रहे हैं। भावें गुरु दरबार हाजिर होने का सुभाग है, या टैलीविजन राही, या होर जो मीडिया आउटलैट्स ने उन्होंने राही दूर दराज करा थावां तो असी शब्द सुरत दे सुमेल गोचरे यतनशील हो रहे हैं। वडभागता है जो गुरबाणी व्याख्यान मुसलसल शाम नूं चल रहा है। इस अंदर सूही राग दे अष्टपदियां दी विचार हुंदी है। गुरु नानक साहब द्वारा पहले जामे दे विच उचरित कीता ये पावन शब्द आपने सरवण कीता है। बीते कुछ दो रोज़ तो इस बचन दे कुछ पदे ते नाल मुख सुनेहे दा बंद असी विचारिया। अज असी 3 नंबर पदे तो विचार अगे तोरांगे। पर एक पंछी चात सरसरी नज़र रहाओ दे पद ते साहब जिक्र करते सी। मैं अंधुले हर नाम लकूटी टोहनी, रहूं साहिब की टेक न मोह है मोहनी। बड़ी डिटेल डिस्कशन हुई। अन्ने वास्ते लकड़ दी सोटी सब कुछ है। गुरु बाबा जी ने उस मिसाल नूं लियांदा इत्थे। जदों असीं संसारक तौर ते विचरदे हां
ਖਾਣ ਪਾਣ ਰਹਿਣ ਸਹਿਣ ਸਮਾਜਿਕ ਵਿਰਤਨਾ ਰਿਸ਼ਤੇ ਨਾਤੇ ਸਭ ਹਰ ਚੀਜ਼ ਨੂੰ ਲੈ ਲਓ ਤੁਸੀਂ। ਜਿਵੇਂ ਹੀ ਸਾਡਾ ਵਿਜ਼ਨ ਬਲਰੀ ਹੁੰਦਾ ਹੈ, ਜਿਵੇਂ ਸਪੋਜ਼ ਕਰੋ ਅਸੀਂ ਜਿਵੇਂ ਕਈ ਵਾਰੀ ਕਹਿੰਦੇ ਹਾਂ ਕਿ ਵਿਜ਼ਨ ਬਲਰੀ ਹੋ ਗਿਆ, ਜਿਹੜੀ ਜੋ ਚੀਜ਼ ਜੱਜ ਕਰਾਂਗੇ ਉਹਦੇ 'ਚ ਇੰਪੇਅਰਮੈਂਟ ਆ ਜਾਏਗੀ। ਜਿਵੇਂ ਸਪੋਜ਼ ਮਾਈਕ ਇੱਥੇ ਹੈ, ਵਿਜ਼ਨ ਠੀਕ ਨਹੀਂ, ਹੋ ਸਕਦਾ ਮੈਂ ਇੱਥੇ ਹੱਥ ਲਗਾਈ ਜਾਵਾਂ, ਹੋ ਸਕਦਾ ਆ ਮੈਨੂੰ ਪਤਾ ਹੀ ਨਾ ਲੱਗੇ ਮੋੜਨਾ ਇੱਧਰ ਨੂੰ ਹੈ, ਮੋੜ ਇੱਧਰ ਨੂੰ ਦੇਵਾਂ। ਤਾਂ ਮਤਲਬ ਜੇ ਵਿਜ਼ਨ ਪ੍ਰੋਪਰ ਨਹੀਂ ਹੈਗਾ, ਅੱਖਾਂ ਦਾ ਕੰਮ ਵਿਜ਼ਨ ਹੀ ਦੇਣਾ ਹੈ ਨਾ, ਤੇ ਗੜਬੜ ਹੋ ਜਾਏਗੀ। ਤੇ ਜੇ ਸਾਡੀ ਅੰਦਰ ਦੀ ਸੁਰਤਿਆਬਤਾ ਜਿਹੜੀ ਹੈ ਚੀਜ਼ਾਂ ਨੂੰ ਸਮਝਣ ਦੀ, ਭਾਪਣ ਦੀ, ਉਹਨਾਂ ਦੇ ਅਕੋਰਡਿੰਗਲੀ ਐਕਟ ਕਰਨ ਦੀ, ਉਹ ਬਲਰੀ ਹੋ ਗਈ ਤੇ ਕੀ ਹੋਏਗਾ? ਇਹੀ ਦੁੱਖ ਹੈ। ਅੰਨਾ ਬੰਦਾ ਜਿਵੇਂ ਠੋਕਰਾਂ ਖਾਂਦਾ ਆ ਤੇ ਹਰ ਠੋਕਰ ਤੋਂ ਬਾਅਦ ਫਿਰ ਸੋਚਦਾ, ਓਹੋ ਕਿਉਂ ਪੈਰ ਰੱਖਿਆ ਇੱਥੇ, ਕਿਉਂ ਇੱਧਰ ਨੂੰ ਤੁਰਿਆ, ਕਿਉਂ? ਐਗਜ਼ੈਕਟਲੀ ਸੇਮ ਥਿੰਗ। ਗੁਰੂ ਨਾਨਕ ਮਹਾਰਾਜ ਕਹਿੰਦੇ ਅੰਨੇ ਆ, ਸਮਝ ਕੋਈ ਨਹੀਂ, ਅਕਲ ਨਹੀਂ ਹੈ, ਸੋਝੀ ਨਹੀਂ ਹੈ, ਪਰ ਦਾਤਾ ਤਰਸ ਕਰ, ਤੇਰੇ ਨਾਮ ਦੀ ਟੋਹਣੀ ਮਿਲ ਜਾਏ। ਐਟਲੀਸਟ ਥੋੜਾ ਟੋਹ ਕੇ ਜਿਵੇਂ ਰਾਹ ਲੱਭ ਜਾਂਦਾ ਬੰਦੇ ਨੂੰ, ਉਹਦੀ ਬਾਤ ਹੋ ਰਹੀ। ਸੋ ਦੀ ਬਚਨ ਆਇਆ, ਮੈਂ ਅੰਧੁਲੇ ਹਰ ਨਾਮ ਲਕੂਟੀ ਲੱਕੜ, ਟੋਹਣੀ ਲੱਕੜ ਦੀ ਟੋਹਣੀ ਮੇਰੀ ਟੋਹਣ ਵਾਲੀ, ਰਹੋਂ ਸਾਹਿਬ ਕੀ ਟੇਕ। ਤੇ ਉਹਦੇ ਜ਼ਰੀਏ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਓਟ ਆਸਰੇ ਨੂੰ ਲੈ ਲਵਾਂ, ਉਹਦੇ 'ਤੇ ਭਰੋਸਾ ਰੱਖ ਲਵਾਂ। ਨਾ ਮੋਹ ਹੈ ਮੋਹਣੀ, ਨਾ ਮੋਹ ਹੈ ਮੋਹਣੀ, ਜਿਹੜਾ ਮਾਇਆਵੀ ਛਲਾਵਾ ਹੈਗਾ ਬਹੁਤ ਜ਼ਿਆਦਾ, ਜਿਹਦੇ ਮਗਰ ਲੱਗ ਕੇ, ਜਿਵੇਂ ਪੰਜਾਬੀ 'ਚ ਅਕਸਰ ਗੱਲ ਕਹੀ ਜਾਂਦੀ ਹੈ ਕਿ ਕਿਸੇ ਦੇ ਪੱਕੇ ਮਕਾਨ ਦੇਖ ਕੇ ਆਪਣੇ ਕੱਚੇ ਨਹੀਂ ਢਾਲੀ ਦੇ। ਮੀਨ ਡੋਂਟ ਗੋ ਫॉर ਰੋਂਗ ਕੰਪੈਰੀਜ਼ਨ, ਡੋਂਟ ਗੋ ਫॉर ਐਕਚੁਅਲੀ ਦੈਟ ਕਾइंड ऑफ ਤਿਲਸਮ, ਜਿਹੜੀ ਉਹ ਚੀਜ਼ ਹੈ ਉਹ ਸਾਰੇ ਬਾਰੇ ਮੋਹਣੀ ਮਾਇਆ ਆ, ਇਹ ਮਾਰਦੀ ਹੈ, ਇਹ ਤ੍ਰਿਸ਼ਨਾ ਪੈਦਾ ਕਰਦੀ ਹੈ। ਜੋ ਕੋਲ ਆ, ਜੋ ਹੈ, ਹੰਡਾਣ ਦੀ ਬਜਾਏ, ਜਿਵੇਂ ਮਿਰਗ ਪਾਣੀ ਦੀ ਪਿਆਸ ਹੈ, ਉਹਨੂੰ ਚਾਹੀਦਾ ਹੈ, ਪਰ ਹੋ ਸਕਦਾ ਉਨੀ ਨਾ ਹੋਏ, ਪਰ ਹੈ ਕਿ ਉਹਨੂੰ ਦੂਰ ਜਿਹੜਾ ਇਸ ਤਰੀਕੇ ਨਾਲ ਉਹ ਜਿਹੜੀ ਹੁੰਦੀ ਹੈ ਕਿ ਸ਼ਾਇਦ ਉਹਨੂੰ ਲੱਗ ਰਿਹਾ ਕਿ ਹਾਂ ਉੱਥੇ ਪਾਣੀ ਹੈਗਾ, ਤੇ ਉਹ ਉੱਧਰ ਨੂੰ ਰਨ ਕਰਦਾ, ਭੱਜਦਾ ਹੈ, ਤੇ ਹੋਰ ਜ਼ਿਆਦਾ ਪਰੇਸ਼ਾਨ ਹੁੰਦਾ। ਸਾਹਿਬ ਨੇ ਕਿਹਾ ਮੈਨੂੰ ਤੇਰਾ ਓਟ ਆਸਰਾ ਹੋ ਜਾਏ, ਮੈਂ ਇਸ ਮੋਹਣੀ ਮਾਇਆ ਦੀ ਪਕੜ ਤੋਂ ਆਜ਼ਾਦ ਹੋ ਜਾਵਾਂ, ਮੈਨੂੰ ਨਾਮ ਦੀ ਐਸੀ ਸੌਗਾਤ ਦੇ। ਇਹ ਰਹਾ ਉਹਦਾ ਬੰਦ ਸੀਗਾ। ਅਸੀਂ 3 ਨੰਬਰ ਪਦੇ ਤੇ ਪਹੁੰਚੇ ਸੀ। ਵਿਚਾਰ ਕਰਦਿਆਂ ਹੋਇਆਂ ਸਭ ਜ਼ਿਕਰ ਕਰਦੇ ਨੇ ਤੀਸਰੇ ਪਦੇ 'ਚ, ਸੇਵੀਂ ਸਤਿਗੁਰੂ ਭਾਏ ਨਾਮ ਨਿਰੰਜਨਾ, ਤੁਧ ਭਾਵੈ ਤਿਮਹਿ ਰਜ਼ਾਏ ਭਰਮ ਪਉ ਭੰਜਨਾ। ਸੇਵੀਂ ਸਤਿਗੁਰੂ ਭਾਏ। ਦੇਖੋ, ਸੇਵਾ ਅਸੀਂ ਕਿਸੇ ਨੂੰ ਪਲੀਜ਼ ਕਰਨ ਵਾਸਤੇ ਕਰਦੇ ਹਾਂ, ਜਦੋਂ ਅਸੀਂ ਕਿਸੇ ਨੂੰ ਸਰਵ ਵੀ ਕਰਦੇ ਹਾਂ, ਸੋ ਦੈਟ ਵੀ ਕੈਨ ਪਲੀਜ਼। ਜੇ ਜਿਹਦੀ ਅਸੀਂ ਸੇਵਾ ਕਰ ਰਹੇ ਹਾਂ, ਜਿਹਨੂੰ ਅਸੀਂ ਖੁਸ਼ ਕਰਨ ਦਾ ਯਤਨ ਕਰ ਰਹੇ ਹਾਂ, ਜੋ ਖੁਸ਼ੀ ਨਹੀਂ ਹੋ ਰਿਹਾ, ਦੈਨ ਸਾਡੀ ਸੇਵਾ ਤੇ ਕਿਸੇ ਕੰਮ ਦੀ ਨਾ ਹੈ। ਜਿਹਨੂੰ ਸਾਹਿਬ ਨੇ ਬਾਣੀ 'ਚ ਵੀ ਕਿਹਾ ਸੀਗਾ ਕਿ ਸਾ ਸੇਵਾ ਕੀਤੀ ਸਫਲ ਹੈ ਜਿਸ ਸਤਿਗੁਰ ਕਾ ਮਨ ਮੰਨੇ। ਉਹੀ ਸੇਵਾ ਸਫਲ ਹੀ ਹੈ ਜਿਸ ਦੇ ਉੱਤੇ ਤੁਹਾਡੀ ਗੁਰੂ ਨਾਲ ਬਾਣੇ ਆਵੇ, ਉਸ ਚੀਜ਼, ਉਸ ਕਿਸਮ ਦੀ ਬਾਤ ਆਵੇ। ਹੁਣ ਬੜੀਆਂ ਹਾਇਰ ਐਕਸਪੈਕਟੇਸ਼ਨਸ ਅੰਦਰ ਹੋਣ, ਜਿਵੇਂ ਆਮ ਕਰਕੇ ਭਾਰਤੀ ਖਿੱਤੇ 'ਚ ਰਿਹਾ, ਇਤਨੀ ਪੂਜਾ, ਇਤਨੀ ਅਰਚਨਾ, ਇਤਨਾ ਧਰਮ ਕਰਮ ਸਭ, ਪਰ ਐਕਸਪੈਕਟੇਸ਼ਨਸ ਕਿਤੇ ਹਾਈ ਨੇ, ਉਹ ਮੀਟ ਹੀ ਨਹੀਂ ਕਰਦੀਆਂ। ਬੰਦਾ ਪਾਠ ਪੂਜਾ ਵੀ ਕਰ ਰਿਹਾ ਹੈ, ਬੰਦਾ ਧਰਮ ਕਰਮ ਵੀ ਕਰ ਰਿਹਾ ਹੈ, ਕਲਪ ਵੀ ਰਿਹਾ। ਹੁਣ ਉਹ ਜਿਹੜੀ ਚੀਜ਼ ਆ ਉਹ ਮਿਸਫਿਟ ਹੋ ਗਿਆ ਸਾਰੇ ਦਾ ਸਾਰਾ। ਇਸ ਜਗ੍ਹਾ ਤੇ ਜਾ ਕੇ ਤਾਂ ਹੀ ਫਿਰ ਲੋਕੀ ਸੋਚਦੇ, ਲੈ ਇਹ ਤੇ ਇੰਨਾ, ਇਹਦਾ ਕੀ ਫਾਇਦਾ ਆ? ਜਿਹੜਾ ਸ਼ਬਦ ਮੁੱਕਣਾ ਇੱਥੇ ਜਾ ਕੇ ਨਾ, ਮੈਂ ਦੀਜਾ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਪੀਸ ਆਫ ਮਾਈਂਡ। ਤੇ ਇਹ ਆਏਗਾ ਕਾਹਦੇ ਨਾਲ? ਜਿਹੜਾ ਪ੍ਰੋਪਰ, ਜਿਹਨੂੰ ਅਸੀਂ ਕੰਟੈਂਟਮੈਂਟ ਕਹਿੰਦੇ ਹਾਂ, ਸੰਤੋਖ ਦੀ ਪ੍ਰਵਿਰਤੀ ਦੇ ਨਾਲ। ਤੇ ਗੁਰੂ ਨੂੰ ਤੇ ਇਹੀ ਪਾਉਂਦੀ ਹੈ ਚੀਜ਼। ਗੁਰੂ ਤੇ ਕਹਿੰਦਾ ਗੁਣਾਂ ਨਾਲ ਹੀ ਸਭ ਚੀਜ਼ ਗ੍ਰਹਿਣ ਕਰਨੀ ਹੈ ਤੂੰ। ਇੱਥੇ ਸਾਹਿਬ ਜ਼ਿਕਰ ਕਰਦੇ, ਮੈਨੂੰ ਨਾਮ ਉਹ ਚਾਹੀਦਾ ਆ, ਮੈਨੂੰ ਕੋਈ ਨਾਮ ਉਸ ਕਿਸਮ ਦੀ ਨਹੀਂ, ਮੈਂ ਉਹ ਦੁਨੀਆ 'ਚ ਨਹੀਂ ਘੁੰਮਦਾ ਵੀ ਜਿੱਥੇ ਕੋਈ ਦੇਵੀ ਦੇਵਤਾ ਪੈਦਾ ਹੋ ਜਾਏਗਾ ਤੇ ਮੈਨੂੰ ਕੋਈ ਐਕਸਟਰਾ ਐਬਿਲਿਟੀ ਆ ਜਾਏਗੀ, ਕੋਈ ਅਕਸ਼ੂ ਨੇਤਰ ਖੁੱਲ ਜਾਏਗਾ, ਜਾਂ ਆਈ ਕੈਨ actually claim that I have some kind of supernatural powers. ਬਾਬਾ ਜੀ ਕਹਿੰਦੇ no, I'm not in this business at all. ਇਹ ਮੇਰਾ ਇਸ ਕੰਸਰਨ ਹੀ ਨਹੀਂ ਹੈਗਾ।
ਮੇਰਾ ਤੇ ਕੰਸਰਨ ਹੈਗਾ ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ। ਮੈਨੂੰ ਉਹ ਨਾਮ ਚਾਹੀਦਾ ਜਿਹੜਾ ਨਿਰੰਜਨ, ਮਾਇਆ ਦੇ ਚ, ਅੰਜਣ ਦੇ ਚ ਰਹਿ ਕੇ ਨਿਰੰਜਨ, ਕਾਲਖ ਵਿੱਚ ਰਹਿ ਕੇ ਕਾਲਖ ਤੋਂ ਬਚਣ ਦੀ ਜਾਚ ਸਿਖਾਏ। ਮੈਂ ਨਾ ਦੁਨੀਆ ਛੱਡਾਂ, ਨਾ ਭੱਜਾਂ, ਨਾ ਕਿਤੇ ਜਾਵਾਂ, ਪਰ ਰਹਿਣ ਦੀ ਜਾਚ ਆ ਜਾਏ, ਵਰਤਣ ਦੀ ਜਾਚ ਆ ਜਾਏ, ਮੈਨੂੰ ਸੰਸਾਰ ਦੇ ਵਿੱਚ ਉਸ ਕਿਸਮ ਦੀ ਚੀਜ਼ ਆ ਜਾਏ। ਦਾਤਾ ਇਹ ਬਖਸ਼ਿਸ਼ ਕਰ, ਮੈਨੂੰ ਵਿਜ਼ਨ ਦੇ, ਮੈਨੂੰ ਵਿਜ਼ਨਰੀ ਬਣਾ ਦੇ। ਉਹਦੀ ਬਾਤ ਹੋਈ ਇਹਦੇ 'ਚ। ਤੁਧ ਭਾਵੈ ਤਿਵੇਂ ਰਜ਼ਾਏ ਭਰਮ ਪਉ ਭੰਜਣਾ। ਭੰਜਣਾ ਕਿਹਨੇ ਤੋੜ ਦੇਣਾ, ਮਤਲਬ ਉਹਨੂੰ ਜਿਹੜਾ ਹੈਗਾ ਡਿਸਟਰੋਏ ਕਰ ਦੇਣਾ। ਜਿਹੜੀ ਭਰਮ ਪਾਓ ਆ ਇਹ ਤੁਧ ਭਾਵੈ ਤਿਵੇਂ ਰਜ਼ਾਏ, ਰੱਬੀ ਰਜ਼ਾ 'ਚ ਰਾਜ਼ੀ ਨਹੀਂ ਰਹਿਣ ਦਿੰਦਾ। ਪਾਓ ਡਰ, ਬੰਦਾ ਰਜ਼ਾ ਵਿੱਚ ਰਾਜ਼ੀ ਕਿਉਂ ਨਹੀਂ ਰਹਿ ਪਾ ਰਿਹਾ? ਕਿਉਂਕਿ ਡਰ ਪਿਆ। ਡਰ ਇਤਨਾ ਸਟਰੋਂਗ ਆ। ਜਿਨ੍ਹਾਂ ਸੰਸਾਰ ਦੇ 'ਚ ਦੇਖੋ ਤੁਸੀਂ, ਡਰਿਆ ਹੋਇਆ ਬੰਦਾ, ਡਰੇ ਹੋਏ ਮਨੁੱਖ ਜਿਹੜੇ ਨੇ ਕਿਹੋ ਜਿਹੇ ਮਤਲਬ ਕਾਰਜਸ਼ੀਲਤਾ ਕਰਦੇ ਨੇ। ਜਾਨਵਰਾਂ ਦੀ ਦੁਨੀਆ ਦਾ ਤੁਸੀਂ ਅਹਿਸਾਸ ਲਗਾਓ। ਜਾਨਵਰਾਂ ਦੀ ਦੁਨੀਆ ਦੇ ਵਿੱਚ ਜਿਹੜੇ ਖਾਸ ਕਰਕੇ ਮੀਟ ਈਟਰਸ ਜਿਹੜੇ ਐਨੀਮਲਸ ਨੇ, ਉਹਨਾਂ ਨੂੰ ਲੈ ਲਈਏ, ਉਹਨਾਂ ਨੂੰ ਬਹੁਤ ਭੁੱਖ ਲੱਗੀ ਹੋਏ, ਅਤੇ ਜਿਹੜਾ ਜਾਨਵਰ ਉਹਨਾਂ ਤੋਂ ਛੋਟਾ ਆ, ਵਨਰੇਬਲ ਆ, ਜਿਹਦੇ ਤੋਂ ਉਹਨਾਂ ਨੂੰ ਆਪ ਨੂੰ ਕੋਈ ਖਤਰਾ ਡਰ ਨਹੀਂ ਹੈਗਾ, ਅਤੇ ਜਦੋਂ ਬਹੁਤ ਭੁੱਖ ਲੱਗੀ ਆ ਉਦੋਂ ਉਹਦਾ ਸ਼ਿਕਾਰ ਕਰਨਾ। ਅਦਰਵਾਈਜ਼ ਉਹਨਾਂ ਨੂੰ ਕੋਈ ਮਾਈਂਡ ਨਹੀਂ ਹੈਗਾ। ਇਸ ਤਰ੍ਹਾਂ ਨਹੀਂ ਹੈਗਾ ਵੀ ਉਹ ਐਵੇਂ ਜਾਨਵਰ ਮਾਰ ਕੇ ਸੱਟੀ ਜਾਂਦੇ ਨੇ। ਨਾ, ਐਸੀ ਕੋਈ ਬਿਮਾਰੀ ਥੋੜ੍ਹਾ ਉਹਨਾਂ ਨੂੰ ਕੋਈ। ਉਹ ਤਾਂ ਉਦੋਂ ਜਦੋਂ ਉਹਨਾਂ ਨੂੰ ਭੁੱਖ ਲੱਗੀ ਉਦੋਂ ਜਾ ਕੇ ਉਸ ਰੂਪ ਦੇ ਵਿੱਚ। ਪਰ ਕਈ ਵਾਰ ਲੋਕ ਕਹਿੰਦੇ ਨਹੀਂ ਇਹ ਜਾਨਵਰ ਜਿਹੜਾ ਇਹ ਮਾਰ ਦੇਗਾ ਮੈਨੂੰ, ਜਾਂ ਫਲਾਣੇ ਦਾ ਨੁਕਸਾਨ ਕਰ ਦੇਗਾ। ਉਹ ਕਦੋਂ ਕਰਦਾ ਹੈ? ਜਦੋਂ ਡਰ ਜਾਂਦਾ ਹੈ। ਡਰਿਆ ਹੋਇਆ ਵੀ ਇਹ ਮੈਨੂੰ ਮਾਰ ਦੇਗਾ, ਇਸ ਤੋਂ ਪਹਿਲਾਂ ਮੈਨੂੰ ਮਾਰ ਦੇ, ਮੈਂ ਇਹਨੂੰ ਮਾਰ ਦਿਆਂ। ਸਾਡਾ ਮਨੁੱਖਾਂ ਦਾ ਸਮਾਜ, ਤੁਸੀਂ ਬਿਜ਼ਨਸ ਕੰਪੀਟੀਸ਼ਨ ਤੋਂ ਲੈ ਕੇ ਹਰ ਜਗ੍ਹਾ 'ਤੇ ਦੇਖ ਲਵੋ, ਡਰ ਹੀ ਕੰਮ ਕਰ ਰਿਹਾ ਸਾਰਾ। ਡਰੇ ਹੋਏ ਲੋਕ ਜਿਹੜੇ ਨੇ ਉਹ ਮਤਲਬ ਝੂਠ ਵੀ ਬੋਲੀ ਜਾ ਰਹੇ ਨੇ। ਡਰੇ ਹੋਏ ਲੋਕ ਇੱਕ ਦੂਜੇ ਨਾਲ ਫਰੇਬ ਵੀ ਕਰੀ ਜਾ ਰਹੇ ਨੇ, ਧੋਖਾ। ਇੱਥੋਂ ਤੱਕ ਵੀ ਕਈ ਵਾਰੀ ਸੱਚ ਬੋਲਣ ਤੋਂ ਵੀ ਬੰਦਾ ਡਰਦਾ ਹੈ ਵੀ ਜੇ ਮੈਂ ਸੱਚ ਬੋਲਿਆ ਤਾਂ ਕਿਤੇ ਕੋਈ ਨੁਕਸਾਨ ਹੀ ਨਾ ਹੋ ਜਾਏ। ਸੋ ਲੈਟਸ ਹਾਈਡ ਇਟ, ਲੈਟਸ ਲਾਈ ਇਨ ਦਿਸ ਸਟੇਜ। ਇਸ ਹਾਲਤ ਵਿੱਚ ਝੂਠ ਬੋਲਣਾ ਕਾਰਗਰ ਹੈ। ਸੋ ਇਹੋ ਜਿਹੀ ਹਾਲਤ ਜਿਹੜੀ ਹੈ ਇਹ ਫਿਰ ਲਗਾਤਾਰਤਾ ਦੇ ਨਾਲ ਬੰਦੇ ਨੂੰ ਭਉ ਦੇ ਅਧੀਨ ਲੈ ਜਾਂਦੀ ਹੈ। ਜਿਹੜੀ ਫਿਰ ਇੰਟੀਗ੍ਰਿਟੀ ਦੀ ਗੱਲ ਕਰਦੇ ਹਾਂ ਅਸੀਂ, ਜਿਹੜੀ ਸੱਚਿਆਰ ਹੋਣ ਦੀ ਗੱਲ ਕਰਦੇ ਹਾਂ, ਫਿਰ ਉਹ ਕਿੱਥੇ ਹੋਏਗਾ? ਫਿਰ ਅੰਦਰ ਸ਼ਾਂਤ ਕਿਵੇਂ ਹੋਏਗਾ? ਫਿਰ ਅੰਦਰ ਸਾਫ਼ ਗੋ ਕਿਵੇਂ ਹੋਏਗਾ? ਇਹ ਚੀਜ਼ਾਂ ਨਹੀਂ ਹੋਣਗੀਆਂ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਮੈਨੂੰ ਤੇ ਨਾਮ ਚਾਹੀਦਾ ਹੈ, ਮੈਂ ਤੇ ਤੇਰੀ ਰਜ਼ਾ ਵਿੱਚ ਰਾਜ਼ੀ ਰਹਿਣਾ ਆ, ਤਰਸ ਕਰ ਮੇਰੇ ਤੇ, ਮੈਨੂੰ ਉਸ ਕਿਸਮ ਦੀ ਸਿੱਖਿਆ ਦੇ ਜਿਹਦੇ 'ਚੋਂ ਭਰਮ ਪਾਓ ਭੰਜਨਾ। ਇੱਕ ਤੇ ਭਾਉ ਚਲਾ ਜਾਏ, ਦੂਸਰਾ ਭਰਮ ਦੀ ਹਾਲਤ ਕੀ ਹੈ? ਭਰਮ ਦੀ ਹਾਲਤ ਇਸ ਰੂਪ ਵਿੱਚ ਜਾਣੋ ਕਿ ਇਹਦੇ 'ਚ ਇਲੂਜਨ ਹੁੰਦਾ ਹੈ। ਬੰਦਾ ਕਈ ਵਾਰ ਚੀਜ਼ਾਂ ਕਰਦਾ ਵੀ ਕੋਈ ਨਾ, ਮੈਂ ਚਲਾ ਲੈਣਾ, ਮੈਂ ਇਤਨਾ ਕੁਝ ਚਲਾਕ ਹੈਗਾ, ਮੈਂ ਸੰਭਾਲ ਲੈਣਾ, ਮੈਂ ਇਸ ਕਿਸਮ ਨਾਲ ਕਿਸ ਨੂੰ ਝੂਠ ਬੋਲਿਆ, ਇਹਨੂੰ ਸੱਚ ਬੋਲਿਆ, ਇਹਨੂੰ ਫਲਾਂ ਦੱਸਿਆ। ਇਸ ਕਿਸਮ ਦੀ ਹਾਲਤ ਭਰਮ ਦੀ ਹਾਲਤ ਆ। ਜਸਟ ਅਸੀਂ ਕਿਸੇ ਆਪਣੇ ਇੰਟਰਨਲ ਜਿਹੜੀ ਉਹ ਕਲੈਵਰਨੈਸ ਹੈ ਉਹਦੇ ਇਨਫਲੂਐਂਸ ਦੇ ਵਿੱਚ ਤੁਰੀ ਜਾ ਰਹੇ ਹਾਂ। ਸਾਫ਼ ਗੋ ਹੋ ਹੀ ਨਹੀਂ ਰਹੇ। ਗੁਰਮਤ ਕਹਿ ਰਹੀ ਹੈ ਜਿੰਨਾ ਓਨੈਸਟ ਹੋਏਗਾ ਆਪਣੇ ਆਪ ਨਾਲ, ਆਪਣੇ ਆਲੇ ਦੁਆਲੇ ਨਾਲ, ਖੁਸ਼ਨੁਮਾ ਜੀਵਨ ਤੇਰੇ ਵੱਲ ਵਧੇਗਾ। ਇਹੀ ਨਾਮ ਦਾ ਸੁੱਖ ਆ। ਇਸ ਚੀਜ਼ ਦਾ ਡਰ ਇਹ ਹੈ ਕਿ ਪਤਾ ਨਹੀਂ ਕੀ ਹੋ ਜਾਏਗਾ। ਸਾਹਿਬ ਕਹਿੰਦੇ ਰੱਬੀ ਰਜ਼ਾ ਨੂੰ ਫੋਲੋ ਕਰੇਗਾ, ਜੋ ਹੋਏਗਾ ਭਲੇ ਲਈ ਹੋਏਗਾ, ਉਹਦੀ ਰਜ਼ਾ 'ਚ ਰਾਜ਼ੀ ਰਹਿ। ਇੱਥੇ ਇਹ ਸ਼ਬਦ ਅੱਗੇ ਜਾ ਕੇ ਬਿਲਕੁਲ ਉਸ ਪਾਸੇ ਲੈ ਕੇ ਜਾਏਗਾ। ਕਿਹੜਾ ਅਸੀਂ ਸਦੀਵੇ ਬੈਠੇ ਰਹਿਣਾ? ਵੀ ਆਰ ਨੋਟ ਹੇਅਰ ਫੋਰ ਐਵਰ, ਨੋ, ਵੀ ਆਰ ਜਸਟ ਫੋਰ ਏ ਟਾਈਮ ਬੀਇੰਗ। ਸੋ why should adopt that kind of behavior which can lead us toward the hell? No, let's follow the behavior ਜਿਹੜਾ ਸਾਨੂੰ ਐਟਲੀਸਟ ਅੰਦਰੋਂ ਤੇ ਕੁਛ ਸੁੱਖ ਸ਼ਾਂਤੀ ਦੇ। ਗੁਰੂ ਬਾਬਾ ਜੀ ਨੇ ਕਿਹਾ ਮੈਨੂੰ ਨਵਾਜ਼ਿਸ਼ ਕਰ, ਤੁਧ ਭਾਵੈ ਤਿਵੇਂ ਰਜ਼ਾਏ ਭਰਮ ਪਉ ਭੰਜਨਾ। ਫਿਰ ਅਗਲਾ ਬਚਨ ਹੈ, ਜਨਮਤ ਹੀ ਦੁੱਖ ਲਾਗਾ ਹੈ, ਮਰਨਾ ਆਇਕ ਹੈ। ਬੰਦੇ ਨੂੰ ਡਰ ਆ। ਡਰ ਕਾਹਦਾ ਆ? ਕਿ ਮੌਤ ਨਾ ਹੋ ਜਾਏ। ਚਲੋ ਫਿਜ਼ੀਕਲ ਡੈਥ ਤੇ ਇੱਕ ਹੈ ਹੀ ਡਰ ਆ, ਇਹਦੇ ਨਾਲ ਬਹੁਤ ਸਾਰੀਆਂ ਹੋਰ ਚੀਜ਼ਾਂ ਜੁੜੀਆਂ ਹੋਈਆਂ ਨੇ। ਬੰਦੇ ਨੇ ਜਿਹੜੀ ਛੋਟੀ ਮੋਟੀ ਦੁਨੀਆ ਬਣਾਈ ਹੈ ਉਹਦਾ ਬੜਾ ਡਰ ਲੱਗਦਾ, ਮੇਰੀ ਦੁਨੀਆ ਨਾ ਗਵਾਚ ਜੇ ਕਿਤੇ। ਉਹ ਭਾਵੇਂ ਫਾਈਨੈਂਸ਼ੀਅਲ ਦੁਨੀਆ ਆ, ਸੋਸ਼ਲ ਦੁਨੀਆ ਆ, ਭਾਵੇਂ ਉਹ ਰਿਲੇਸ਼ਨਸ਼ਿਪ ਆ, ਫਰੈਂਡ ਸਰਕਲ ਆ, ਐਨੀ ਕਾਈਂਡ ਆਫ
ਉਹਦਾ ਜਿਹੜਾ ਆਪਣਾ ਵਰਲਡ ਬਣਾਇਆ ਆ, ਹੁਣ ਲੱਗਦਾ ਵੀ ਮੈਂ ਨਾ, ਇਹ ਨਾ ਮਰੇ, ਇਹ ਨਾ ਟੁੱਟ ਜਾਏ। ਤੇ ਰਿਐਲਿਟੀ ਇਹ ਹੈ, ਜਿਸ ਦਿਨ ਜੇ ਕੁਛ ਬਣਿਆ ਧਰਤੀ ਤੇ ਆ ਕਿਤੇ ਵੀ ਕਿਸੇ ਰੂਪ ਦੇ 'ਚ, ਉਹ ਬਣਿਆ ਟੁੱਟਣ ਵਾਸਤੇ ਹੈ, ਉਹ ਬਣਿਆ ਤਿੜਕਣ ਵਾਸਤੇ ਹੈ। ਗੁਰੂ ਬਾਬਾ ਜੀ ਨੇ ਕਿਹਾ ਇਹ ਸੱਚਾਈ ਹੈ, ਮਦਰ ਨੇਚਰ ਦਾ ਲਾ ਆ, ਜਨਮਤ ਹੀ ਦੁੱਖ ਲੱਗ ਹੈ। ਜਦੋਂ ਜਨਮ ਹੋ ਗਿਆ ਦੁੱਖ ਵੀ ਨਾਲ ਹੀ ਇਹ ਪੈਦਾ ਹੋ ਗਿਆ ਕਿ ਮਰਨਾ ਆਏ ਕੈ, ਮਰਨਾ ਆਇਆ ਕਿ ਆਇਆ। ਇਹ ਪੱਕੀ ਚੀਜ਼ ਆ। ਜਿਵੇਂ ਹੀ ਕੋਈ ਚੀਜ਼ ਬਣੀ ਉਪਜੀ, ਨਾਲ ਦੀ ਨਾਲ ਉਹਦੇ ਟੁੱਟਣ ਦਾ, ਭੱਜਣ ਦਾ, ਤਿੜਕਣ ਦਾ ਇਹ ਡਰ ਨਾਲ ਹੀ ਹੈ। ਇਸ ਤੋਂ ਤੁਸੀਂ ਦੂਰ ਨਹੀਂ ਜਾ ਸਕਦੇ, ਇਹਦੇ ਤੋਂ ਤੁਸੀਂ ਲਾਮੇ ਨਹੀਂ ਹੋ ਸਕਦੇ। ਇਹਨੂੰ ਐਕਸੈਪਟ ਹੀ ਕਰਨਾ ਪਏਗਾ। ਜਿੰਨੀ ਜਲਦੀ ਐਕਸੈਪਟ ਕਰ ਲਵਾਂਗੇ, ਗੁਰਬਾਣੀ ਇਹ ਨਹੀਂ ਕਹਿ ਰਹੀ ਸਾਨੂੰ ਆਪਣਾ ਕੇਅਰ ਨਾ ਕਰੋ, ਕਿਸੇ ਚੀਜ਼ ਨੂੰ ਸੰਭਾਲੋ ਨਾ, ਬਣਾਓ ਨਾ। ਭਗਤ ਫਰੀਦ ਜੀ ਦੇ ਬਚਨ ਅਸੀਂ ਅਕਸਰ ਪੜ੍ਹਦੇ ਹਾਂ, ਫਰੀਦਾ ਕੋਠੇ ਮੰਡਪ ਮਾੜੀਆਂ ਇਤਨਾ ਲਾਏ ਚਿੱਤ। ਬਾਬਾ ਫਰੀਦ ਮਕਾਨਾਂ 'ਚ ਰਹਿੰਦੇ ਸੀ, ਸ਼ਾਹੀ ਖਾਨਦਾਨ ਦੇ ਦਾਮਾਦ ਸੀਗੇ, ਰਹਿਣ ਸਹਿਣ ਹਰ ਚੀਜ਼ ਬੜੀ ਵਧੀਆ ਸੀ, ਵਾਜਬ ਸੀ। ਸ਼ਕਰਗੰਜ ਏਡਾ ਵੱਡਾ ਲਕਬ ਸੀਗਾ, ਜਿਹੜਾ ਦਿੱਲੀ 'ਚੋਂ ਏਡਾ ਵੱਡਾ ਉਹਨਾਂ ਨੇ ਉੱਥੇ ਉਰਸ ਵੀ ਲੱਗਦਾ ਹੈਗਾ, ਖਾਸ ਕਰਕੇ ਜਿੱਥੇ ਨਿਜ਼ਾਮੂਦੀਨ ਵਗੈਰਾ, ਉਹ ਭਗਤ ਫਰੀਦ ਜੀ ਦਾ ਸ਼ਾਗਿਰਦ ਤੇ ਸੀਗਾ। ਇਹੋ ਜਿਹੇ ਸ਼ਾਗਿਰਦਾਂ ਦੀ ਕੋਈ ਕਤਾਰਾਂ ਖੜੀਆਂ ਸੀਗੀਆਂ। ਮਤਲਬ ਇਸ ਲੈਵਲ ਦੀ ਬਾਤ ਤੁਸੀਂ ਦੇਖੋ ਕਿੰਨਾ। ਤੇ ਉਹ ਸ਼ਖਸੀਅਤ ਸਾਨੂੰ ਇਹ ਕਹਿ ਰਹੀ ਹੈ ਵੀ ਫਰੀਦਾ ਕੋਠੇ ਮੰਡਪ ਜਿਹੜੇ ਨੇ ਇਹਨਾਂ ਦੇ ਮਗਰ ਨਹੀਂ ਭਜਣਾ, ਇਤਨਾ ਲਾਏ ਚਿੱਤ। ਇਹਦਾ ਮਤਲਬ ਜੇ ਇਹਨੂੰ ਬਹੁਤ ਟੈਕਨੀਕਲ ਢੰਗ ਨਾਲ ਦੇਖੇ ਨਾ ਇਸ ਬਾਣੀ ਦੇ ਸ਼ਬਦਾਂ ਨੂੰ, ਤੇ ਇਹਦੇ 'ਚੋਂ ਇਹ ਨਹੀਂ ਕਹਿ ਰਹੇ ਕਿ ਸਰੀਰ ਨਾ ਲਾ ਇਹਨਾਂ ਦੇ ਨਾਲ। ਸਰੀਰ ਕੋਠੇ ਮੰਡਪਾਂ 'ਚ ਪਲਦੇ ਨੇ, ਜੇ ਉੱਤੇ ਛੱਤ ਨਹੀਂ ਗਈ, ਜੇ ਸ਼ੈਲਟਰ ਨਹੀਂ, ਜੇ ਫੂਡ ਨਹੀਂ, ਜੇ ਫੈਮਿਲੀ ਨਹੀਂ, ਬੱਚੇ ਦੀ ਹੋਂਦ ਨਹੀਂ ਹੋ ਸਕਦੀ। ਬੱਚੇ ਨੂੰ ਇੱਕ ਪੂਰਾ এনवायरमेंट ਚਾਹੀਦਾ, ਜਿਹਦਾ ਹੈਬਿਟੇਟ ਡਿਵੈਲਪ ਕਰੋਗੇ ਤਾਂ ਕਿਸੇ ਬੱਚੇ ਦੀ ਜਿਹੜੀ ਹੈ ਜ਼ਿੰਦਗੀ ਉਸ ਤਰੀਕੇ ਨਾਲ ਪ੍ਰੋਪਰ ਡਿਵੈਲਪ ਹੋ ਸਕੇਗੀ। ਇਹ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਦੱਸਿਆ ਕਿ ਭਗਤੀ ਵੀ ਕਰਨੀ ਹੈ ਨਾ, ਭੂਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਭੁੱਖੇ ਬੰਦੇ ਨੂੰ ਕਹਿ ਲੈ ਮਾਲਾ ਫੇਰ ਬੈਠ ਕੇ ਕਿਵੇਂ ਫੇਰੇਗਾ? ਉਹਨੂੰ ਰੱਬ ਰੱਬ ਵਾਹਿਗੁਰੂ ਵਾਹਿਗੁਰੂ, ਉਹ ਤੇ ਰੋਟੀ ਯਾਦ ਆਏਗਾ। ਭੁੱਖ ਅੰਦਰ ਅੱਗ ਲੱਗੀ ਸਾਰੀ ਉਸ ਰੂਪ ਦੇ ਵਿੱਚ। ਸੋ ਜਿਹੜੀਆਂ ਬੇਸਿਕ ਨੀਡਸ ਨੇ ਤੇ ਫੁੱਲਫਿਲ ਹੋਣੀਆਂ ਚਾਹੀਦੀਆਂ ਨੇ, ਤੇ ਬੇਸਿਕ ਨੀਡਸ ਨੂੰ ਫੁੱਲਫਿਲ ਕਰਨ ਵਾਸਤੇ ਸਾਨੂੰ ਐਫਰਟ ਕਰਕੇ ਉਹ ਸਭ ਚੀਜ਼ਾਂ ਨੂੰ ਬਣਾਉਣਾ ਪਏਗਾ। ਮਗਰ ਜਿਹੜੀ ਬਾਤ ਭਗਤ ਫਰੀਦ ਜੀ ਨੇ ਕੀਤੀ, ਕੋਠੇ ਮੰਡਪ ਮਾੜੀਆਂ ਇਤਨਾ ਲਾਏ ਚਿੱਤ, ਇਹਨਾਂ ਦੇ ਵਿੱਚ ਗਹਿਰਾ ਚਿੱਤ ਨਾ ਲਾ ਲਈ। ਸਿਰਫ ਇਹ ਹੈ ਕਿ ਬੰਦਾ ਹਰ ਵਕਤ ਉਸੇ ਦੁਨੀਆ 'ਚ ਹੀ ਗਵਾਚਾ ਰਹੇਗਾ। ਇਹ ਵੀ ਚੇਤੇ ਰੱਖੀ, ਮਿੱਟੀ ਪਈ ਅਤੋਲਵੀਂ ਕੋਈ ਨਾ ਹੋਸੀ ਮਿੱਤ, ਇੱਕ ਦਿਨ ਮੜੀਆਂ 'ਚ ਜਾਣਾ ਆ, ਇਹ ਛੱਡ ਜਾਣੇ ਨੇ। ਸੋ ਟਰਾਈ ਟੂ ਮੇਕ ਸਮ ਕਾਈਂਡ ਆਫ ਡਿਟੈਚਮੈਂਟ ਟੂਵਰਡ ਦਿਸ ਐਕਚੁਅਲੀ ਫਿਜ਼ੀਕਲ ਵਰਲਡ। ਇਹਦੇ ਨਾਲ ਥੋੜ੍ਹੀ ਡਿਟੈਚਮੈਂਟ ਵੀ ਰੱਖ। ਜੇ ਸਪੋਜ਼ ਇਹਨੂੰ ਸਰਲ ਕਰਾਂ, ਮਾਲਕ ਤਰਸ ਕਰੇ ਕਿਤੇ ਸਿੱਖੀ ਦੀ ਪ੍ਰੈਕਟਿਸ ਸਾਡੇ ਸਾਰਿਆਂ ਦੇ ਜੀਵਨ ਵਿੱਚ ਆ ਜਾਏ। ਪਰ ਹੋਏ ਇਹ, ਸੋਹਿਲਾ ਸਾਹਿਬ ਪੜ੍ਹਿਆ, ਰਾਤ ਨੂੰ ਸੌਣ ਲੱਗਿਆ, ਅੱਖਾਂ ਬੰਦ ਕੀਤੀਆਂ, ਸਭ ਭੁੱਲ ਗਿਆ। ਬਸ ਇਹੀ ਹੈ, ਅਹਿਸਾਸ ਆ ਜਾਏ ਵੀ ਜੇ ਅੱਖਾਂ ਬੰਦ ਨੇ ਤੇ ਬੰਦ ਹੀ ਰਹਿਣ, ਸਭ ਮੁੱਕ ਗਿਆ। ਅੱਖਾਂ ਖੁੱਲ੍ਹ ਗਈਆਂ, ਹੈ ਸਭ ਡਿਊਟੀ ਹੈ ਜਿੱਥੇ ਜਿੱਥੇ ਨਿਭਾਵਾਂਗੇ। ਇੱਕ ਡਿਟੈਚਮੈਂਟ ਬਿਲਡ ਕਰਨ ਵਾਲੀ ਗੱਲ, ਇਹਨੂੰ ਜਿੰਨੀ ਜਲਦੀ ਸੁਰਤ ਐਕਸੈਪਟ ਕਰ ਲਏਗੀ, ਜਿਹੜੀ ਬਹੁਤ ਵੱਡੇ ਲੈਵਲ ਤੇ ਸਾਡੇ ਅੰਦਰ ਇੱਕ ਅਜੀਬ ਪਰੇਸ਼ਾਨੀ, ਦੁੱਖ, ਇਹ ਸਾਰਾ ਘਟ ਜਾਏਗਾ। ਗੁਰੂ ਸਾਹਿਬ ਗੁਰੂ ਨਾਨਕ ਮਹਾਰਾਜ ਜ਼ਿਕਰ ਕਰਦੇ, ਇਸ ਦੁੱਖ ਤੋਂ ਤੂੰ ਬਚ ਸਕਦਾ ਹੈ ਜਿਹੜਾ ਹਰ ਵਕਤ ਇਹ ਡਰਾਈ ਜਾਂਦਾ ਵੀ ਆਹ ਨਾ ਟੁੱਟ ਜੇ, ਆਹ ਨਾ ਤਿੜਕ ਜੇ, ਆਹ ਨਾ ਖਤਮ ਹੋ ਜੇ, ਮਰਨਾ ਆਏ ਕਿ ਉਹ ਤੇ ਆਉਣਾ ਹੀ ਆਉਣਾ ਆ। ਦੈਟ ਇਜ਼ ਟੋਟਲੀ ਇਟਸ ਅਸੈਂਸ਼ੀਅਲ। ਜਿਹੜੀ ਮੋਰਟੈਲਿਟੀ ਹੈ, ਇਟਸ ਅਸੈਂਸ਼ੀਅਲ ਪਾਰਟ ਆਫ ਆਵਰ ਲਾਈਫ। ਲੇਟਰ ਔਰ ਸੂਨਰ ਵੀ ਹੈਵ ਟੂ ਫੇਸ ਇਟ। ਅਗਲਾ ਬਚਨ ਹੈ, ਜਨਮ ਮਰਨ ਪਰਵਾਨ ਹਰ ਗੁਣ ਗਾਇਕ ਹੈ। ਫਿਰ ਕਰੇ ਤੇ ਕਰੇ ਕੀ, ਹਰ ਗੁਣ ਗਾਏ, ਹਰੀ ਦਾ ਗੁਣਗਾਨ ਕਰੇ, ਸਿਫਤੋ ਸਲਾਹ ਕਰੇ ਅਕਾਲ ਪੁਰਖ ਵਾਹਿਗੁਰੂ ਦੀ। ਬਿਲਕੁਲ, ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਮਾਈਂਡਫੁਲਨੈਸ ਦੇ ਕੋਰਸਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਫਲੋ ਜਨਰੇਟ ਕਰੋ ਆਪਣੇ ਅੰਦਰ, ਜਿਹੜਾ ਫਲੋ ਤੁਹਾਨੂੰ ਇਸ ਲੈਵਲ 'ਤੇ ਲੈ ਜਾਏ ਕਿ ਤੁਹਾਡੀਆਂ ਵਰੀਜ਼, ਤੁਹਾਡੀਆਂ ਹਰੀਜ਼, ਤੁਹਾਡੀ ਹੈਕਟਿਕਨੈਸ, ਤੁਹਾਡੀ ਐਨੀ ਕਾਈਂਡ ਆਫ ਜਿਹੜੀ ਸਟੇਟ ਆਫ ਮਾਈਂਡ ਆ, ਜਿਹੜੀ ਤੁਹਾਨੂੰ ਹਰ ਵਕਤ ਕਿਸੇ ਡਿਸਟਰਬੈਂਸ ਵਿੱਚ ਲੈ ਕੇ ਜਾਂਦੀ ਹੈ, ਉਹ ਬਿਲਕੁਲ ਆਫ ਹੋ ਜਾਏ। ਤੁਸੀਂ ਇੱਕ ਬਿਲਕੁਲ ਆਪਣੇ ਆਪ ਦੇ ਸਿਰਫ ਆਪਣੀ ਦੁਨੀਆ ਉਸ ਵਿੱਚ ਚਲੇ ਜਾਓ ਜਿੱਥੇ ਕੋਈ ਹੋਰ ਇਹ ਸਾਰੀ ਦੁਨੀਆ ਬੌਦਰ ਨਾ ਕਰੇ, ਤਾਂ ਤੁਹਾਡੇ ਮਾਈਂਡ ਜਿਹੜਾ ਹੈਗਾ ਇਹਦੀ ਕੁਝ ਅਪਲਿਫਟਿੰਗ ਹੋਏਗੀ ਸਪਿਰਿਚੁਅਲ ਸਾਈਡ ਤੋਂ।
ਸਾਡਾ ਕੀਰਤਨ ਕੀ ਹੈ, ਗੁਰਬਾਣੀ ਸੰਗਤ ਕੀ ਹੈ ਅਸਲ ਵਿੱਚ? when we totally come out of all our worries, that is actually, ਜਿਵੇਂ ਇੱਕ ਫਰ ਹੁੰਦੀ ਹੈ ਨਾ, ਹਲਕੀ ਬਿਲਕੁਲ ਹਵਾ 'ਚ ਉੱਡ ਰਹੀ ਹੈ ਬੰਦੇ ਦੀ ਸੁਰਤ। ਹਾਲਾਂਕਿ ਸੌਰੀ ਟੂ ਸੇ ਉਹ ਇੱਕ ਮਕੈਨਿਜ਼ਮ ਵਿੱਚ ਪੈ ਗਏ। ਇਹੋ ਜਿਹੀਆਂ ਗੱਲਾਂ ਤੁਸੀਂ ਕਿਤਾਬਾਂ 'ਚ ਪੜ੍ਹ ਲਓਗੇ, ਬਹੁਤ ਸਾਰੀਆਂ ਸਾਡੀ ਗੁਰਮੁਖੀ ਕਿਤਾਬਾਂ ਵਿੱਚ ਵੀ, ਜਿਨ੍ਹਾਂ 'ਚ ਲਿਖਿਆ ਜਾਂਦਾ ਹੈ ਕਿ ਜਦੋਂ ਬੰਦਾ ਸਿਮਰਨ ਕਰਦਾ ਫਿਰ ਉਹ ਹਵਾ 'ਚ ਉੱਡਣ ਲੱਗ ਜਾਂਦਾ ਹੈ, ਉਹਦਾ ਸਿਰ ਜਾ ਵੱਜਦਾ ਉੱਤੇ ਛੱਤ ਨਾਲ। ਯੂ ਕੈਨ ਰੀਡ ਸੋ ਮੈਨੀ ਲਾਈਕ ਐਂਡ ਦਿਸ ਕਾਈਂਡ ਆਫ ਥਿੰਗਸ। ਜਦੋਂ ਤੁਸੀਂ ਇਹਨੂੰ ਬਿਲਕੁਲ ਮੁਤਾਲਿਆ ਕਰਦੇ ਹੋ, ਮੁਤਾਲਿਆ 'ਚ ਕਿਹਾ ਜਾਂਦਾ ਹੈ ਕਿ ਐਕਚੁਅਲ ਲੈਵਲ 'ਤੇ ਫਿਜ਼ੀਕਲ ਸਟਰਕਚਰ ਦੀ ਗੱਲ ਨਹੀਂ ਹੋ ਰਹੀ ਇਹਦੇ 'ਚ। ਇਹ ਤੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹ ਸੁਰਤ ਧੁਨ ਦੀ ਗੱਲ ਹੋ ਰਹੀ ਹੈ। ਬੰਦੇ ਦੀ ਜਿਹੜੀ ਅੰਦਰ ਦੀ ਲਗਨ ਆ, ਧੁਨ, ਉਹ ਸਾਰੀ ਪਕੜ 'ਚੋਂ ਆਜ਼ਾਦ ਹੋ ਗਈ, ਉਹ ਉੱਡ ਗਈ ਫਰ ਦੀ ਤਰ੍ਹਾਂ, ਉਹਦੇ 'ਚ ਹੌਲਾਪਨ ਆ ਗਿਆ। ਜਦੋਂ ਉਸ ਲੈਵਲ 'ਤੇ ਬੰਦਾ ਅੰਦਰੋਂ ਹਲਕਾ ਹੋ ਗਿਆ, ਸਾਡੇ ਅੱਜ ਕੱਲ੍ਹ ਤੇ ਬਾਡੀ ਲੈਂਗੁਏਜ ਸਾਈਕੋਲੋਜੀਕਲ ਅਸੈਸਮੈਂਟ ਸਭ ਤੋਂ ਪਹਿਲੇ ਲੈਵਲ 'ਤੇ ਵੇਖੀ ਜਾਂਦੀ ਹੈ। ਬੰਦਾ ਅੰਡਰ ਸਟ੍ਰੈਸ ਆ, ਬੰਦਾ ਡਿਪਰੈਸਡ ਆ, ਬੰਦਾ ਐਨਗਜ਼ਾਇਟੀ ਦੇ ਅੰਦਰ ਆ, ਬੰਦਾ ਕਿਸੇ ਖਾਸ ਕਿਸਮ ਦੀ ਚੀਜ਼ ਨਾਲ ਦੋ ਚਾਰ ਹੋ ਰਿਹਾ ਮੈਂਟਲ ਸਾਈਡ, ਤਾਂ ਬਾਡੀ ਲੈਂਗੁਏਜ ਦੱਸਦੀ ਹੈ ਮੋਢੇ ਡਿੱਗੇ ਨੇ, ਝੁੱਕੇ ਨੇ, ਸਿਰ ਐਵੇਂ ਹੈ, ਇਸ ਐਵਰੀਥਿੰਗ ਐਕਚੁਅਲੀ ਕਾਊਂਟ। ਸੋ ਦੈਟ ਵੇ ਕਿ ਬੰਦੇ ਦੇ ਮੋਢਿਆਂ 'ਤੇ ਵਜਨ ਹੀ ਇੰਨਾ ਪੈ ਗਿਆ, ਬੰਦੇ ਮੋਢੇ ਐਵੇਂ ਡਿੱਗ ਢਹਿ ਢੇਰੀ ਗਿਆ ਹੋ ਕੇ ਤੁਰ ਰਿਹਾ ਹੈਗਾ। ਜਿਸ ਬੰਦੇ ਨੂੰ ਇਸ ਚੀਜ਼ ਦਾ ਹੈ ਹੀ ਨਾ, ਬਿਲਕੁਲ ਇਸ ਤਰੀਕੇ ਨਾਲ ਉਹਦਾ ਪੈਰ ਉਸ ਰੂਪ ਵਿੱਚ ਉੱਠ ਰਿਹਾ, ਇਸ ਕਿਸਮ ਦੇ ਨਾਲ ਉਹ ਉਡੂ ਉਡੂ ਕਰਦਾ ਹੋਇਆ ਜੀਵਨ ਭੱਜ ਨੱਠ ਕਰ ਰਿਹਾ ਸਭ ਚੀਜ਼ਾਂ ਦੇ ਵਿੱਚ। ਸਾਹਿਬ ਪਾਤਸ਼ਾਹ ਨੇ ਬਿਆਨ ਕੀਤਾ, ਜਨਮ ਮਰਨ ਪ੍ਰਵਾਨ ਹਰ ਗੁਣ ਗਾਇਕ ਹੈ। ਉਹਨੂੰ ਸਭ ਪ੍ਰਵਾਨ ਹੋ ਗਿਆ, ਜੰਮਣਾ ਮਰਨਾ, ਰਹਿਣਾ ਨਾ ਰਹਿਣਾ ਸਭ ਕਰਤੇ ਦੀ ਖੇਡ ਹੈ। ਜੋ ਮੇਰੇ ਵਾਸਤੇ ਅਸੈਂਸ਼ੀਅਲ ਜਿਹੜੀ ਮੇਰੀ ਕੰਪਲਸਰੀ ਡਿਊਟੀ ਹੈ, ਮੈਂ ਉਹਨੂੰ ਫੁੱਲਫਿਲ ਕਰਾਂ। ਸਰੀਰ ਨੂੰ ਪ੍ਰੋਪਰਲੀ ਸੰਭਾਲਾਂ, ਸਰੀਰ ਨਾਲ ਜੁੜੇ ਹੋਏ ਸਰੀਰਾਂ ਨੂੰ ਸੰਭਾਲਾਂ, ਸਮਾਜ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਜਿਵੇਂ ਜਿਵੇਂ ਦਾ ਰੋਲ ਆ, ਆਈ ਸ਼ੁੱਡ ਪਲੇ ਪ੍ਰੋਪਰਲੀ। ਦੈਟ ਇਜ਼ ਇਨ ਮਾਈ ਹੈਂਡ, ਰੈਸਟ ਆਫ ਇਟ ਲੀਵ ਟੂਵਰਡ ਵਾਹਿਗੁਰੂ ਜੀ, ਜੋ ਉਸ ਰੂਪ ਵਿੱਚ ਕਰੇ। ਇੱਥੇ ਜਾ ਕੇ ਫਿਰ ਇਹ ਸੈਲਵੇਸ਼ਨ ਦੀ ਬਾਤ ਕੀਤੀ ਗੁਰੂ ਨਾਨਕ ਸਾਹਿਬ ਨੇ, ਕਿਹਾ ਹਉ ਨਾਹੀ ਤੂੰ ਹੋਵੇਂ ਤੁਧ ਹੀ ਸਾਜਿਆ। ਬਾਕੀ ਇਹ ਹੈ ਹਉ ਨਾਹੀ ਤੂੰ ਹੋਵੇਂ। ਦੇਖੋ ਮੈਂ ਕੁਛ ਵੀ ਨਹੀਂ, ਹਉ ਕਾਹਦੀ ਹੈ, ਕਾਹਦਾ ਹੰਕਾਰ ਤੇ ਕਾਹਦਾ ਮਾਣ। ਮਿੱਟੀ ਇਵੋਲਵ ਹੋ ਕੇ ਆ ਹੋ ਗਈ ਹੈ ਤੇ ਬੰਦਾ ਦੇਖੇ ਤੇ ਨਥਿੰਗ, ਦੇ ਆਰ ਵੈਰੀ ਟਾਈਨੀ speck actually to, you can say, body tissues which have been converted in human life. Actually ਤੇ ਇਹੀ ਚੀਜ਼ ਆ, ਬਾਕੀ ਉਹ ਵੀ ਮਿੱਟੀ ਸੀ ਤੇ ਮਿੱਟੀ ਹੈਗਾ ਸਾਰੀ, ਜਿਹੜੀ ਇਸ ਤਰੀਕੇ ਨਾਲ ਜਿਹੜੀ ਹੈ ਅਕਮੂਲੇਟ ਹੋ ਗਈ ਤਾਂ ਸਾਰੀ ਮਿੱਟੀ ਉਸ ਸਭ ਕੁਝ ਬਣ ਗਿਆ। ਤੇ ਇਸ ਮਿੱਟੀ 'ਚ ਬੈਠਾ ਹੋਇਆ ਬੰਦਾ ਕਹਿੰਦਾ ਵੀ ਮੈਂ ਤੇ ਬਸ ਮੈਂ ਹੀ ਹਾਂ। ਹੁਣ ਉਹ ਜਿਹੜੀ ਅਹੰਗ ਬਿਰਤੀ, ਹਉ ਬਿਰਤੀ ਹੈ, ਉਹ ਮਾਰ ਰਹੀ ਹੈ। ਇਹਦੀ ਰਿਪਲੇਸਮੈਂਟ ਤੂੰ ਨਾਲ ਹੈ, ਨਾਮ ਨਾਲ ਹੈ। ਗੁਰੂ ਮਹਾਰਾਜ ਕਹਿੰਦੇ ਹਉ ਨਾਹੀ ਤੂੰ ਹੋਵੇਂ। ਅਰਦਾਸ ਇਹ ਹੈ, ਨਾਮ ਆ ਬਖਸ਼, ਮੈਂ ਹੋਵਾਂ ਹੀ ਨਾ, ਤੂੰ ਹੀ ਹੋਵੇਂ। ਮੇਰੇ ਅੰਦਰ ਇਸ ਮਿੱਟੀ ਦੇ ਸੰਸਾਰ ਵਿੱਚ ਰਹਿੰਦਿਆਂ ਹੋਇਆ ਇੱਕ ਡਿਟੈਚਮੈਂਟ ਆ ਜਾਏ, ਮੈਂ ਹਰ ਤਰ੍ਹਾਂ ਦੀ ਅਲਾਮਤ ਤੋਂ ਦੂਰ ਹੋ ਜਾਵਾਂ, ਅਹੰਗ ਤੋਂ ਦੂਰ ਹੋ ਜਾਵਾਂ। ਹਉ ਨਾਹੀ ਤੂੰ ਹੋਵੇਂ ਤੁਧ ਹੀ ਸਾਜਿਆ। ਤੇ ਅਲਟੀਮੇਟਲੀ ਮੈਂ ਕੋਈ ਆਊਟ ਆਫ ਦਾ ਬਲੂ ਜਾ ਕੇ ਕੋਈ ਐਕਸਟਰਾ ਡਿਮਾਂਡ ਵੀ ਨਹੀਂ ਕਰ ਰਿਹਾ। ਗੁਰੂ ਨਾਨਕ ਸਾਹਿਬ ਕਹਿ ਰਹੇ ਨੋ 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 ਨੋ, ਵਾਹਿਗੁਰੂ ਜੀ ਤੂੰ ਸਾਜਿਆ, ਤੂੰ ਹੀ ਤੇ ਬਣਾਇਆ ਸਭ ਕੁਛ। ਜੇ ਮਤਲਬ ਇੱਕ ਮਿੱਟੀ ਨੂੰ ਤੂੰ ਹੱਸਣ ਟੱਪਣ ਨੱਚਣ ਖਾਣ ਪੀਣ ਸਭ ਕੁਝ ਕਰਨ ਲਾ ਦਿੱਤਾ ਹੈ, ਇੰਨਾ ਨਹੀਂ ਹੋ ਸਕਦਾ ਕਿ ਮੇਰੀ ਸੁਰਤ ਐਗਜ਼ੈਕਟਲੀ ਐਵੇਂ ਸਮਝ ਲੈ ਜਿਵੇਂ ਬਾਤ ਤੂੰ ਕੀਤੀ ਹੈ, ਸਾਰੇ ਹੁਕਮ ਨੂੰ ਸਮਝ ਲਵੇ। ਮੈਂ ਇਹਦੇ ਨਾਲ ਡਿਟੈਚਮੈਂਟ, ਇਹ ਨਾਮ ਦੀ ਦਾਤ ਵੀ ਤੇ ਦੇ ਹੀ ਸਕਦਾ। ਤਾਂ ਉਹਦੀ ਬਾਤ ਕੀਤੀ, ਹਉ ਨਾਹੀ ਤੂੰ ਹੋਵੇਂ ਤੁਧ ਹੀ ਸਾਜਿਆ, ਆਪੇ ਥਾਪ ਉਥਾਪ ਸ਼ਬਦ ਨਿਵਾਜਿਆ। ਬਾਕੀ ਥਾਪ ਉਥਾਪਣਾ ਵੀ ਆਪਣਾ ਤੁਰਾ ਚੱਲੀ ਜਾ ਰਿਹਾ ਹੈਗਾ। ਅੱਜ ਸਾਡੇ ਕੋਲ ਬਹੁਤ ਸਾਰੀਆਂ ਐਸੀ ਸਟੱਡੀਜ਼ ਆ ਚੁੱਕੀਆਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਬੰਦੇ ਦੇ ਪਿਛਲੇ ਜਨਮ ਆ ਰਹੇ ਨੇ, ਅੱਗੇ ਜਨਮ ਜਾ ਰਹੇ ਨੇ। ਤੁਹਾਨੂੰ ਇਸ ਵੈਸਟਰਨ ਵਰਲਡ ਦੇ ਵਿੱਚ, ਮੈਂ ਤਾਂ ਰੀਸੈਂਟਲੀ ਕੁਝ ਕਿਤਾਬ 'ਚ ਪੜ੍ਹੇ ਨੇ, ਇੱਕ ਬੜਾ ਨਾਮਵਰ ਸਾਈਕੈਟ੍ਰਿਕ ਹੈਗਾ ਆ ਅਮਰੀਕਾ ਦੇ ਵਿੱਚ, ਕਈ ਸਾਲਾਂ ਤੋਂ ਪ੍ਰੈਕਟਿਸ ਕਰ ਰਿਹਾ ਸੀ ਸਾਈਕੈਟ੍ਰਿਕ ਸਾਈਟ ਦੇ ਵਿੱਚ। ਅਤੇ ਫਿਰ ਉਹ ਐਕਸਪੋਜ਼ਰ ਮਿਲਿਆ ਕਰਦਿਆਂ ਵੀ ਨਹੀਂ ਆਹ ਦਵਾਈਆਂ ਗੋਲੀਆਂ, ਜਦੋਂ ਮੈਂ ਕੈਮੀਕਲ ਟੈਸਟ ਕਰ ਲਏ
ਜਦੋਂ ਮੈਨੂੰ ਪਤਾ ਲੱਗ ਗਿਆ, ਅਸੈਸਮੈਂਟ ਮੇਰੀ ਕਹਿ ਰਹੀ ਹੈ, ਡਾਇਗਨੋਸ ਪ੍ਰੋਪਰ ਆ ਰਿਹਾ ਹੈ, ਉਹਦੀ ਮੈਡੀਸਨ ਪ੍ਰੋਪਰ ਹੈਗੀ ਹੈ, ਅਤੇ ਮੈਂ ਇਹ ਸਮਝਦਾ ਸੀਗਾ ਕਿ ਬ੍ਰੇਨ ਦੇ ਵਿੱਚ ਕਿਸ ਕਿਸਮ ਦੀ ਕੈਮੀਕਲ ਇੰਬੈਲੈਂਸਮੈਂਟ ਕਰਕੇ ਇਹ ਇਸ਼ੂ ਹੋ ਰਿਹਾ ਹੈ, ਅਤੇ ਮੈਂ ਕੈਮੀਕਲ ਨੂੰ ਬੈਲੈਂਸ ਕਰ ਦਿੱਤਾ, ਬੰਦਾ ਕਿਉਂ ਨਹੀਂ ਹੈਲਦੀ ਹੋ ਰਿਹਾ? ਨਾਓ ਵਾਟਸ ਰੋਂਗ ਵਿਦ ਦਿਸ ਇੰਡੀਵਿਜੂਅਲ? ਫਿਰ ਉਹ ਮਾਈਂਡ ਦੀ ਗੇਮ ਵਿੱਚ ਜਾ ਰਿਹਾ, ਜਦੋਂ ਜਾ ਰਿਹਾ ਫਿਰ ਉਹਨੂੰ ਲੱਗਦਾ ਵੀ ਨਹੀਂ ਐਕਚੁਅਲੀ ਜਿਹੜੇ ਰੂਟਸ ਨੇ ਇਸ ਇਸ਼ੂ ਦੇ, ਇਹ ਜਿਹੜਾ ਇਹਦਾ ਥਿੰਕਿੰਗ ਸਟਾਈਲ ਹੈ, ਇਹ ਸਾਰੀ ਚੀਜ਼ਾਂ ਇਹ ਕੋਈ ਪਿੱਛੋਂ ਆ ਰਹੀ ਹੈ। ਇਸ ਕਿਸਮ ਦੀ ਜਦੋਂ ਬਾਤ ਵਿੱਚ ਗਿਆ ਤਾਂ ਉਹਨੇ ਕਿਤਾਬ 'ਚ ਲਿਖ ਮਾਰਿਆ, ਦੇਰ ਆਰ ਮੈਨੀ ਲਾਈਵਸ ਐਂਡ ਮੈਨੀ ਮਾਸਟਰਸ। ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਪਿੱਛੋਂ ਤੁਰੀਆਂ ਹੁੰਦੀਆਂ ਨੇ ਤੇ ਕਿੰਨੀਆਂ ਨੇ ਅੱਗੇ ਜਾਣਾ ਆ। ਗੁਰੂ ਗ੍ਰੰਥ ਸਾਹਿਬ 'ਚ ਅਸੀਂ ਪੜ੍ਹਦੇ ਹਾਂ ਤੇ ਮਹਾਰਾਜ ਬਿਆਨ ਕਰਦੇ ਨਾ ਵੀ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ ਹੈ। ਜਿਹੜਾ ਹੈਗਾ ਇਹ ਸਿਲਸਿਲਾ ਚੱਲੀ ਜਾ ਰਿਹਾ ਹੈ। ਬਹੁਤ ਜਨਮ ਵਿਚੁਰੇ ਤੇ ਮਾਧ ਹੋਏ ਜਨਮ ਤੁਮਾਰੇ ਲੇਖੇ। ਇਹ ਤਾਂ ਜਨਮਾਂ ਜਨਮਾਂਤਰਾਂ ਦੀ ਖੇਡ ਤੁਰੀ ਆਉਂਦੀ ਸਾਰੇ ਪਿੱਛੋਂ। ਬੰਦਾ ਜਦੋਂ ਡੀਪ ਸਟੱਡੀਜ਼ ਵਿੱਚ ਜਾਂਦਾ, ਇਹੋ ਜਿਹੀਆਂ ਚੀਜ਼ਾਂ ਬੰਦੇ ਨੂੰ ਸਮਝ ਆਉਂਦੀਆਂ ਉਸ ਲੈਵਲ 'ਤੇ। ਪਰ ਬਾਬਾ ਜੀ ਨੇ ਜਿਹੜੀ ਬਾਤ ਕੀਤੀ, ਆਪੇ ਥਾਪ ਉਥਾਪ, ਮਿੱਟੀ ਹੈ, ਕਦੀ ਥਾਪ ਦਿੱਤੀ, ਕਦੀ ਬਣਾ ਦਿੱਤੀ, ਕਦੀ ਉਥਾਪ ਢਾ ਦਿੱਤੀ। ਜਿਵੇਂ ਕੋਈ ਘੁਮਿਆਰ ਮਿੱਟੀ ਗੋ ਰਿਹਾ ਤੇ ਗੁਰੂ ਲਿਟਰਲੀ ਤੌਰ 'ਤੇ ਸ਼ਬਦ ਤੁਸੀਂ ਬਾਣੀ 'ਚ ਪੜ੍ਹੋਗੇ, ਮਾਟੀ ਏਕ ਅਨਕ ਭਾਂਤ ਕਰ ਸਾਜੀ ਸਾਜਣ ਹਾਰੇ। ਇੱਕ ਮਿੱਟੀ ਹੈ, 5 ਐਲੀਮੈਂਟਸ ਹੀ ਨੇ, ਇੱਕੋ ਸਾਜਣ ਵਾਲਾ, ਗੁੰਨੀ ਜਾ ਰਿਹਾ, ਬਣਾਈ ਜਾ ਰਿਹਾ, ਢਾਈ ਜਾ ਰਿਹਾ, ਫਿਰ ਗੁੰਨੀ ਜਾ ਰਿਹਾ, ਬਣਾਈ ਜਾ ਰਿਹਾ। ਇਹ ਚੀਜ਼ਾਂ ਹੋ ਰਹੀਆਂ ਨੇ। ਆਪੇ ਥਾਪ ਉਥਾਪ, ਸ਼ਬਦ ਨਿਵਾਜਿਆ, ਤੇ ਤੇਰਾ ਸਭ ਦੇ 'ਚ ਇੱਕ ਸ਼ਬਦ, ਇੱਕ ਹੁਕਮ ਚੱਲ ਰਿਹਾ ਸਭ ਉਸ ਰੂਪ ਦੇ ਵਿੱਚ। ਅਸੀਂ ਤੇਰੇ ਤੋਂ ਕਰਤੇ ਇਹੀ ਮੰਗ ਕਰ ਰਹੇ ਹਾਂ, ਸਾਡੇ ਅੰਦਰ ਹੈ, ਸਾਡੇ ਨਾਲ ਹੈ, ਸਾਡੇ ਅੰਗ ਸੰਗ ਹੈ, ਕਿਉਂਕਿ ਹਰਮੰਦਰ ਤੇਰਾ ਹੀ ਹੈ ਸਾਰਾ ਜਿਹੜਾ ਤੂੰ ਸਾਜਿਆ। ਸਾਨੂੰ ਇੰਨੀ ਨਵਾਜ਼ਿਸ਼ ਕਰਦੇ, ਜਿਹੜਾ ਸ਼ਬਦ ਸਾਡੇ ਅੰਦਰ ਵੱਜ ਰਿਹਾ, ਹੁਕਮ ਦੀ ਗੱਲ ਹੋ ਰਹੀ ਹੈ, ਉਸ ਹੁਕਮ ਨੂੰ ਅਸੀਂ ਅੰਡਰਸਟੈਂਡ ਕਰ ਸਕੀਏ। ਐਕਚੁਅਲੀ ਇਹ ਬਹੁਤ 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 ਮਹੀਮ ਵੀ ਗੱਲ ਹੈ, ਤੇ ਇਹੀ ਗੁਰਮਤ ਦਾ ਕਨਸੈਪਟ ਆ। ਆਪਣੇ ਆਪ ਨੂੰ ਸਹੀ ਤਰ੍ਹਾਂ ਸਮਝ ਲੈਣਾ। ਮੈਂ ਹੂ ਐਮ ਆਈ। ਗੁਰੂ ਸਾਹਿਬ ਕਹਿੰਦੇ ਇਹ ਚੀਜ਼ ਤੂੰ ਦੇ ਰਿਹਾ। ਹੁਣ ਅਗਲੀ ਗੱਲ ਕਰ ਲਓ ਇਸ ਤੋਂ ਥੋੜੀ ਜਿਹੀ ਨੈਕਸਟ ਲੈਵਲ ਤੇ ਆ ਕੇ। ਗੁਰੂ ਸਾਹਿਬ ਨੇ ਕਿਹਾ, ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਿਆ। ਦੇਹੀ ਭਸਮ ਰਲਾਏ, ਇਕੱਲੇ ਗਾੜਨਾ, ਇਕੱਲੇ ਜਾ ਰਹੇ। ਜਿਹਨੂੰ ਸਾਹਿਬ ਨੇ ਕਿਹਾ ਸੀ, ਤੇਰੀ ਗਤ ਕਿਨਹੂ ਨਾ ਪਾਈ। ਕਈਆਂ ਨੇ ਜ਼ਮੀਨ 'ਚ ਗੱਡ ਦਿੱਤਾ, ਕਈਆਂ ਨੇ ਲੱਕੜਾਂ 'ਤੇ ਰੱਖ ਕੇ ਜਾਂ ਹੋਰ ਤਰੀਕੇ ਨਾਲ ਜਲਾ ਦਿੱਤਾ, ਕਈਆਂ ਨੇ ਪਾਣੀ 'ਚ ਰੋੜ ਦਿੱਤਾ, ਕਈਆਂ ਨੇ ਪੱਥਰ ਦੀ ਸਿੱਲ 'ਤੇ ਰੱਖ ਕੇ ਚੂਨਾ ਪਾ ਕੇ ਉਸ ਤਰੀਕੇ ਨਾਲ ਕਰ ਦਿੱਤਾ ਉਸਨੂੰ। ਫਿਰ ਆਪੋ ਆਪਣੀਆਂ ਧਾਰਨਾਵਾਂ ਬਣਾ ਲਈਆਂ। ਉਹ ਸਵਰਗ ਚਲਾ ਗਿਆ, ਉਹ ਨਰਕ ਚਲਾ ਗਿਆ, ਉਹ ਬਹਿਸ਼ਤ 'ਤੇ ਚਲਾ ਗਿਆ, ਉਹਨੂੰ ਮੁਕਤੀ ਮਿਲ ਗਈ, ਉਹ ਇਸ ਮੋਕਸ਼ ਹੋ ਗਿਆ ਸਾਰਾ ਕੁਝ। ਆ ਗੁਰੂ ਨਾਨਕ ਸਾਹਿਬ ਦਾ ਥਾਟ ਪੜ੍ਹੋ। ਗੁਰੂ ਨਾਨਕ ਸਾਹਿਬ ਕਹਿੰਦੇ, ਦੇਹੀ ਭਸਮ ਰੁਲਾਏ। ਮਿੱਟੀ 'ਚੋਂ ਆਈ ਹੈ, ਮਿੱਟੀ 'ਚ ਚਲੀ ਜਾਏਗੀ। ਨਾ ਜਾਪੀ ਕਹਿ ਗਿਆ। ਕਿਵੇਂ ਜਾਪੇਗਾ, ਕਿਵੇਂ ਪਤਾ ਲੱਗੇਗਾ ਕਿੱਥੇ ਗਿਆ? ਕੌਣ ਦੱਸੇਗਾ? ਜਾਂ ਤਾਂ ਕੋਈ ਮੁੜ ਕੇ ਆਵੇ ਉੱਥੋਂ ਫਿਰ ਦੱਸੇ ਵੀ ਆਹ ਚੀਜ਼ ਮੈਂ ਵੇਖ ਕੇ ਆਇਆ ਉੱਥੇ। ਸੋ ਸਾਡੀ ਇਹ ਸਾਰੇ ਦੀ ਸਾਰੀ ਜਿਹੜੀ ਹੈ, ਇਹ ਸਾਡੀ ਅਜ਼ੰਪਸ਼ਨ ਹੈ। ਵੀ ਆਰ ਜਸਟ ਅਜ਼ਿਊਮਿੰਗ ਦੈਟ ਆਹ ਚੀਜ਼ ਹੋਏਗੀ, ਆਹ ਹੋਈ, ਆਹ ਹੋਈ। ਅਗਲਾ ਸ਼ਬਦ ਗੁਰੂ ਸਾਹਿਬ ਨੇ ਕਿਹਾ, ਇਹ 'ਚ ਇੰਨੀ ਚੀਜ਼ ਸੁਣ ਕੇ ਬੰਦਾ ਡਰ ਵੀ ਜਾਂਦਾ। ਕੀ ਬਣੇਗਾ, ਕੀ ਹੋਏਗਾ? ਜੇ ਕੋਈ ਥਾਟ ਦੇ ਦਿਓ ਨਾ ਬੰਦੇ ਨੂੰ ਵੀ ਨਹੀਂ ਪਤਾ ਕੀ ਇਹ ਸਵਰਗ ਜਾਣਾ ਹੈ ਇਸ ਤਰੀਕੇ ਨਾਲ, ਫਿਰ ਇੱਕ ਕੌਨਫੀਡੈਂਸ ਵੀ ਆ ਜਾਂਦਾ, ਬਸ ਵੀ ਇਹੋ ਜਿਹੇ ਕੰਮ ਕਰਮਕਾਰ ਕਰ ਲਏ ਸੀਗੇ, ਹੁਣ ਆਪਾਂ ਸਵਰਗ ਜਾਣਾ, ਬਸ ਕੰਮ ਨਿਬੜ ਗਿਆ। ਗੁਰੂ ਮਹਾਰਾਜ ਕਹਿੰਦੇ, ਆਪੇ ਰਿਹਾ ਸਮਾਏ ਸੋ ਵਿਸਮਾਦ ਪਿਆ। ਜਦੋਂ ਇਹ ਸਮਝ ਆਉਂਦੀ ਹੈ ਕਿ ਕੀ ਮਿੱਟੀ ਦਾ ਰੂਪ ਵਟਾਣਾ, ਕੀ ਉਹਦਾ ਪੈਰਾਂ 'ਤੇ ਤੁਰਨਾ, ਤੇ ਕੀ ਪੈਰਾਂ ਤੋਂ ਉਖੜ ਕੇ ਖਾਕ ਵਿੱਚ ਉਸ ਤਰੀਕੇ ਨਾਲ ਉੱਡਣਾ ਹੈ, ਤੇ ਸਭ ਉਹਦੇ ਹੁਕਮ ਵਿੱਚ ਹੀ ਹੋ ਰਿਹਾ, ਉਹੀ ਕਰ ਰਿਹਾ। ਉੱਥੇ ਜਾ ਕੇ ਫਿਰ ਕੀ ਹੈ, ਵਿਸਮਾਦ ਪਿਆ। ਫਿਰ ਇੱਕ ਅਜੀਬ ਅਮੇਜ਼ਿੰਗ ਹਾਲਤ ਬਣ ਜਾਂਦੀ ਹੈ। ਅਮੇਜ਼ਡ ਹੋ ਜਾਂਦਾ ਮੈਂ। ਉਹਦੀ ਬਾਤ ਕੀਤੀ, ਆਪੇ ਰਿਹਾ ਸਮਾਏ ਸੋ ਵਿਸਮਾਦ ਪਿਆ। ਤੂੰ ਨਾ ਹੀ ਪ੍ਰਭ ਦੂਰ ਜਾਣੈ ਸਭ ਤੂੰ ਹੈ। ਮੈਨੂੰ ਨਾਮ ਦਿਓ ਸੌਗਾਤ ਦੇ, ਆਹ ਚੀਜ਼ ਸਮਝ ਆ ਜੇ, ਤੂੰ ਨਾ ਹੀ ਪ੍ਰਭ ਦੂਰ। ਜਦੋਂ ਅਸੀਂ ਕਿਸੇ ਐਗਜ਼ਿਸਟੈਂਸ ਦੀ ਗੱਲ ਕਰਦੇ ਹਾਂ, ਵੀ ਆਲਵੇਜ਼ ਟਾਕ with a distance, that
पता नहीं है कि नहीं है, पता नहीं होएगा कि नहीं होएगा, होएगा तो कित्थे होएगा। जे साडे अंदर है इत्थे बोलदा आ, इत्थे है कित्थे है। मतलब बंदे नूं एक डिस्टेंस ही दसी जा रहा है। गुरु साहब कहते तू ना ही प्रभ दूर, देयर इज नो एनी काइंड ऑफ डिस्टेंस बिटवीन यू एंड मी। जाने सब तू है, वो विजन दे जिहदे नाल जाना सब तू है। यही समझ आ जाए, यही जान जावा तू ही है, नथिंग, ना बाहर ना अंदर, फर्क है ही नहीं। गुरमुख वेख हदूर अंतर भी तू है। गुरु दे जरिए हाजर नाजर जानदिया होया अंतर भी तू है। माफी मंगांगा मैं, गुरुद्वारे शरीर करके आना बहुता औखा नहींगा, पैरों ते तुर के आ जाओगे। मन गुरुद्वारा बन जाए ये बड़ा औखा है। You know, in Gurudwara we can listen kirtan, we can do really good stuff, but all these good things can happen inside us. That is the hard part. ਇਹ ਜਿਹੜੀ ਚੀਜ਼ ਆ, ਇਹ ਸਾਹਿਬ ਨੇ ਜ਼ਿਕਰ ਕੀਤਾ, ਗੁਰਮੁਖ ਵੇਖ ਹਦੂਰ ਅੰਤਰ ਵੀ ਤੂੰ ਹੈ। ਕੰਨਾਂ ਨਾਲ ਮੈਂ ਸੁਣ ਲਵਾਂਗਾ, ਮੂੰਹ ਨਾਲ ਬੋਲ ਲਵਾਂਗਾ, ਪਰ ਅੰਦਰ ਵੀ ਤੂੰ ਬੋਲੇ। ਇਹ ਨਾਮ ਦੇ, ਇਹ ਚੀਜ਼ ਮਿਲ ਜਾਏ, ਇੱਥੇ ਬਾਤ ਆ ਜਾਏ, ਮੈਂ ਦੀਜੈ ਨਾਮ ਨਿਵਾਸ। ਹੁਣ ਸਾਰੀ ਗੱਲ ਨੂੰ ਬਿਲਕੁਲ ਵਾਈਂਡ ਅਪ ਕਰਦੇ ਹੋਏ ਲੈ ਆਏ। ਅੰਤਰ ਸ਼ਾਂਤ ਹੋਏ। ਸ਼ਾਂਤੀ ਤੇ ਤਾਂ ਹੀ ਆਏਗੀ ਨਾ, ਟਿਕਾ ਤੇ ਤਾਂ ਹੀ ਆਏਗਾ। ਆਪ ਦੇਖੋ, ਇੱਕ ਕੁਦਰਤੀ ਖੇਡ ਹੈ। ਤੁਸੀਂ ਸਪੋਜ਼ ਕਰੋ, ਮੈਂ ਕਿਸੇ ਦੀ ਐਗਜ਼ਾਮਪਲ, ਮੈਂ ਆਪਣੀ ਐਗਜ਼ਾਮਪਲ ਦੇਵਾਂ ਤੁਹਾਨੂੰ। ਤੁਸੀਂ ਮੈਨੂੰ ਸਪੋਜ਼ ਟੋਰਾਂਟੋ ਸ਼ਹਿਰ ਦਾ ਮੇਅਰ ਬਣਾ ਦਿਓ। ਡੂ ਯੂ ਥਿੰਕ ਆਈ ਐਮ ਗੋਨਾ ਬੀ ਸੈਟਿਸਫਾਈਡ? ਵਧੀਆ ਹੋ ਗਿਆ, ਮੇਅਰ ਬਣ ਗਏ। ਨੋ, ਅਗਲੇ ਮਨ 'ਚ, ਅਗਲੇ ਖਿਆਲ 'ਚ ਆਏਗਾ, ਹਾਊ ਅਬਾਊਟ ਓਨਟਾਰੀਓਸ ਪ੍ਰੀਮੀਅਰ, ਉਹਦਾ ਪ੍ਰੀਮੀਅਰ ਕਿਉਂ ਨਾ ਬਣਿਆ ਜਾਏ। ਮਤਲਬ ਡਗਫੋਰਡ 'ਚ ਮੇਰੇ ਨਾਲੋਂ ਕੀ ਖਾਸੀਅਤ ਹੈ ਪਈ, ਮੈਂ ਕਿਉਂ ਨਹੀਂ ਜਾ ਸਕਦਾ ਉੱਥੇ? ਬਣਾ ਦਿਓ ਮੈਨੂੰ। What do you think? I'm gonna stay over there? No, हद हो गई। ओटवा क्यों ना जाया जाए? पूरी धरती का राजा बना दो। फिर लगा नहीं नहीं ये घट आ, असल च ना चंद्रमा ते भी झंडा मेरा झुलना चाहिए। मतलब जिहड़ी ये चीज़ है ना अशांति, ये जिहड़ा बंदे दे अंदर एक अजीब तरह की हालत चली है, कोई ऐसी चीज़ है जी लगातार एक्सीलेट करी जा रही। ये तो बहुत विजनरी होए किते सुरत, जिन्होंने गुरु साहब ने कहा मैं दीजै नाम निवास। फिर जाके होगा अंतर शांत होए तां टका होएगा। गुण गावै नानक दास सतगुर मत दे। इस तो सिंपल की बात समझ आए। मैं समझदा बाबा जी तुसी एक एक लफ्ज़ ऐन पा दिता। बंदा अजे भी कहंदा भी मंगीए तो की मंगीए गुरु कोलों, की सानू चाहिदा की है। गुरु नानक साहब कहंदे गुण गावै नानक दास। ये नानक दास बन के तेरी सिफत सलाह च लग जाए, तेरे गुण गावे। सतगुर मत दे, इहो जी मत दे दे, अकल दे दे, सोझी दे दे। मैं इस जीवन विच तेरा गुणगान भजन बंदगी करदा होया इन्हां शुभ गुणां वाले पासे वधां। इहदे सदका ही मैनूं असल विच जिहड़ी नाम जिहड़ी विजन की गल की जा रही है वो प्राप्त हो सकता है। बाकी तो सब दियां लोड़ां थोड़ा ने, दे गोना बी एक्चुअली मीट इफ वी आर डूइंग लिटिल बिट एफर्ट इन दिस वर्ल्ड। दैट्स मदर नेचर्स लॉ। जिहड़ा रियल जिहड़ा कारण है वो है कि तुहानूं जीवन सफर दे विच सही तरह तुरना जीना वो सब आ जाए। इन्हीं बेनतियां नाल खिमा भुलां गलतियां ना तारिओ जी। सब प्रेम कह देना जी। वाहिगुरु जी का खालसा, वाहिगुरु जी की फतेह।